ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਸਾਹਮਣੇ ਇੱਕ ਨਵਾਂ ਟੌਪਿਕ ਲੈ ਕੇ ਆਇਆ ਹਾਂ। ਸਟਾਰਟਅਪਸ 'ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਸਟਾਰਟਅਪਸ ਕਦੋਂ ਸ਼ੁਰੂ ਹੋਇਆ, ਇਹਦੀ ਥੋੜ੍ਹੀ ਬੈਕਗਰਾਊਂਡ ਔਰ ਪ੍ਰਮੁੱਖ ਜਿਹੜੇ ਸਟਾਰਟਅਪਸ ਨੇ ਉਹਨਾਂ ਬਾਰੇ ਜਾਣਕਾਰੀ ਅੱਜ ਆਪਾਂ ਸਾਂਝੀ ਕਰਾਂਗੇ। Never dream of becoming something if you dream of doing something. Startup India, Stand Up India, ਇਹ ਨਾਅਰਾ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ। ਤੇ ਸਟਾਰਟਅਪ ਇੰਡੀਆ ਦੀ ਸ਼ੁਰੂਆਤ 16 ਜਨਵਰੀ 2016 ਨੂੰ ਭਾਰਤ ਸਰਕਾਰ ਨੇ ਕੀਤੀ। ਇਸ ਤੋਂ ਪਹਿਲਾਂ ਸਟਾਰਟਅਪ ਇੰਡੀਆ ਦੇ ਅਧੀਨ ਸਿਰਫ 4 ਸਟੇਟਸ ਐਸੀਆਂ ਸੀ ਜਿਨ੍ਹਾਂ ਦੇ ਵਿੱਚ ਸਟਾਰਟਅਪ ਪਾਲਿਸੀਜ਼ ਲਾਗੂ ਸਨ। ਹੁਣ ਤਕਰੀਬਨ 24 ਭਾਰਤੀ ਸਟੇਟਸ ਦੇ ਵਿੱਚ ਆਪਣੀਆਂ ਰਾਜ ਸਰਕਾਰਾਂ ਦੀਆਂ ਸਟਾਰਟਅਪਸ ਸੰਬੰਧੀ ਪਾਲਿਸੀਜ਼ ਲਾਗੂ ਹੋ ਚੁੱਕੀਆਂ ਹਨ। ਆਫੀਸ਼ੀਅਲ ਵੈਬਸਾਈਟ ਜਿੱਥੋਂ ਤੁਸੀਂ ਸਟਾਰਟਅਪ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ, ਜਾਂ ਆਪਣਾ ਸਟਾਰਟਅਪ ਸ਼ੁਰੂ ਕਰਨਾ ਹੋਵੇ ਤਾਂ ਔਨਲਾਈਨ ਅਪਲਾਈ ਕਰ ਸਕਦੇ ਹੋ। ਵੈਬਸਾਈਟ ਹੈ www.startupindia.gov.in। ਉਹ ਕਿਹੜੀ ਐਂਟਿਟੀ ਹੈ ਜਿਸ ਨੂੰ ਸਟਾਰਟਅਪ ਕਿਹਾ ਜਾਂਦਾ ਹੈ? ਕੋਈ ਵੀ ਪ੍ਰਾਈਵੇਟ ਲਿਮਟਿਡ ਕੰਪਨੀ ਜਾਂ ਪਾਰਟਨਰਸ਼ਿਪ ਫਰਮ ਜਾਂ ਲਿਮਟਿਡ ਲਾਇਬਿਲਿਟੀ ਪਾਰਟਨਰਸ਼ਿਪ ਜਿਹਨੂੰ ਇਨਕਾਰਪੋਰੇਟ ਹੋਇਆਂ ਜਾਂ ਰਜਿਸਟਰਡ ਹੋਇਆਂ 10 ਸਾਲ ਦਾ ਪੀਰੀਅਡ ਨਾ ਹੋਇਆ ਹੋਵੇ, ਮਤਲਬ ਅਪ ਟੂ ਪੀਰੀਅਡ ਆਫ 10 ਈਅਰਸ ਰਜਿਸਟ੍ਰੇਸ਼ਨ ਤੋਂ ਬਾਅਦ ਜਾਂ ਇਨਕਾਰਪੋਰੇਸ਼ਨ ਤੋਂ ਬਾਅਦ ਕੋਈ ਪ੍ਰਾਈਵੇਟ ਲਿਮਟਿਡ ਕੰਪਨੀ ਜਾਂ ਪਾਰਟਨਰਸ਼ਿਪ ਫਰਮ ਜਾਂ ਲਿਮਟਿਡ ਲਾਇਬਿਲਿਟੀ ਪਾਰਟਨਰਸ਼ਿਪ ਨੂੰ ਸਟਾਰਟਅਪ ਦੀ ਕੈਟਾਗਰੀ ਵਿੱਚ ਮੰਨਿਆ ਜਾਂਦਾ ਹੈ। ਦੂਸਰੀ ਇਹਦੀ ਕੰਡੀਸ਼ਨ ਹੈ ਕਿ ਜਦੋਂ ਸਟਾਰਟਅਪ ਇਨਕਾਰਪੋਰੇਟ ਹੋ ਜੇ ਜਾਂ ਰਜਿਸਟਰਡ ਹੋ ਜੇ, ਇਹਦੀ ਕਿਸੇ ਵੀ ਸਾਲ ਦੀ ਕਿਸੇ ਵੀ ਫਾਈਨੈਂਸ਼ੀਅਲ ਈਅਰ ਦੀ ਟਰਨਓਵਰ ਜਿਹੜੀ ਹੈ ਉਹ 100 ਕਰੋੜ ਰੁਪੀਸ ਤੋਂ ਐਕਸੀਡ ਨਾ ਕੀਤੀ ਹੋਵੇ। ਤੀਸਰਾ ਹੈ ਇਹਦਾ ਕੰਡੀਸ਼ਨ ਇਹਦੀ ਸਟਾਰਟਅਪ ਦੀ ਕਿ ਐਂਟਿਟੀ ਇਜ਼ ਵਰਕਿੰਗ ਟੂਵਰਡਸ ਇਨੋਵੇਸ਼ਨ, ਵਿਲੱਖਣਤਾ ਵੱਲ ਕੰਮ ਕਰ ਰਹੀ ਹੋਵੇ, ਜਾਂ ਡਿਵੈਲਪਮੈਂਟ ਲਈ, ਜਾਂ ਇੰਪਰੂਵਮੈਂਟ ਆਫ ਪ੍ਰੋਡਕਟਸ ਔਰ ਪ੍ਰੋਸੈਸਿਸ ਔਰ ਸਰਵਿਸਿਸ ਜਿਹੜੀਆਂ ਪਹਿਲਾਂ ਹੀ ਐਗਜ਼ਿਸਟਿੰਗ ਪ੍ਰੋਡਕਟਸ ਹਨ, ਉਤਪਾਦ ਹਨ, ਜਾਂ ਉਤਪਾਦਾਂ ਨੂੰ ਬਣਾਉਣ ਦਾ ਤਰੀਕਾ ਹੈ, ਜਾਂ ਜਿਹੜੀਆਂ ਸੇਵਾਵਾਂ ਹਨ ਉਹਨਾਂ ਦੇ ਵਿੱਚ ਇੰਪਰੂਵਮੈਂਟ ਕਰਨ ਦੇ ਲਈ, ਜਾਂ ਉਹ ਤੁਹਾਡੀ ਐਂਟਿਟੀ ਜਿਹਦਾ ਰੁਜ਼ਗਾਰ ਕ੍ਰੀਏਟ ਕਰਨ ਦਾ ਚਾਂਸ ਹੋਵੇ, ਹੈਜ਼ ਏ ਹਾਈ ਪੋਟੈਂਸ਼ੀਅਲ ਆਫ ਇੰਪਲਾਇਮੈਂਟ ਜਨਰੇਸ਼ਨ ਔਰ ਵੈਲਥ ਕ੍ਰੀਏਸ਼ਨ, ਦੌਲਤ ਬਣਾਉਣ ਦਾ, ਦੌਲਤ ਦਾ ਭੰਡਾਰ ਇਕੱਠਾ ਕਰਨ ਦਾ, ਜਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਜੇ ਚਾਂਸ ਹੋਵੇ, ਤਾਂ ਇਹ 3 ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੀ ਸਾਡੀ ਐਂਟਿਟੀ ਹੈ ਉਸ ਨੂੰ ਸਟਾਰਟਅਪ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈ। ਪ੍ਰੋਵਾਈਡਡ ਦੈਟ ਐਨ ਐਂਟਿਟੀ ਫਾਰਮਡ ਬਾਈ ਸਪਲਿਟਿੰਗ ਅਪ ਔਰ ਰੀਕਨਸਟਰਕਸ਼ਨ ਆਫ ਐਨ ਐਗਜ਼ਿਸਟਿੰਗ ਬਿਜ਼ਨਸ ਸ਼ੈਲ ਨਾਟ ਬੀ ਕੰਸੀਡਰਡ ਐਜ਼ ਸਟਾਰਟਅਪ। ਜਿਹੜੀ ਪਹਿਲਾਂ ਹੀ ਕੋਈ ਐਂਟਿਟੀ ਚੱਲ ਰਹੀ ਹੈ ਉਹਦੇ ਟੁਕੜੇ ਕਰਕੇ ਜਾਂ ਵੱਖਰੇ ਉਹਨੂੰ ਸਪਲਿਟ ਕਰਕੇ ਜਾਂ ਰੀਕਨਸਟਰਕਸ਼ਨ ਦੇ ਨਾਲ ਜਿਹੜਾ ਐਗਜ਼ਿਸਟਿੰਗ ਬਿਜ਼ਨਸ ਆ ਉਸ ਨੂੰ ਸਟਾਰਟਅਪ ਦੀ ਕੈਟਾਗਰੀ ਵਿੱਚ ਨਹੀਂ ਲਿਆਂਦਾ ਜਾ ਸਕਦਾ। ਸਮ ਇੰਟਰਸਟਿੰਗ ਫੈਕਟਸ ਅਬਾਊਟ ਇੰਡੀਅਨ ਸਟਾਰਟਅਪਸ ਦੇ ਬਾਰੇ ਦੇ ਵਿੱਚ ਕੁਝ ਸਾਡੇ ਜਿਹੜੇ ਫੈਕਟਸ ਹਨ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਚਾਹੁੰਦਾ। ਇੰਡੀਆ ਇਜ਼ ਦਾ 3rd ਲਾਰਜੈਸਟ ਸਟਾਰਟਅਪ ecosystem in the world after China and USA. 24 startups have gained unicorn status between 2016 to 2019.
ਬੈਂਗਲੌਰ, ਦਿੱਲੀ ਅਤੇ ਮੁੰਬਈ ਦੇ ਵਿੱਚ ਸਟਾਰਟਅਪਸ ਦਾ ਤਕਰੀਬਨ 55 ਤੋਂ 58% ਜਿਹੜੇ ਹੈਗੀਆਂ ਸਟਾਰਟਅਪਸ ਨੇ ਭਾਰਤ ਦੀਆਂ ਟੋਟਲ ਜਿਹੜੀਆਂ ਨੇ ਉਹ ਬੈਂਗਲੌਰ, ਦਿੱਲੀ ਅਤੇ ਮੁੰਬਈ ਦੇ ਵਿੱਚ ਸਥਿਤ ਹਨ। ਸਟਾਰਟਅਪਸ ਦੇ ਵਿੱਚ ਪਲਾਨ ਹੋਣੀ ਚਾਹੀਦੀ ਹੈ ਤੁਹਾਡੀ, ਕੋਈ ਨਵਾਂ ਵੱਖਰੀ ਕਿਸਮ ਦਾ ਕੋਈ ਆਈਡੀਆ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਵਿਜ਼ਨ ਹੋਣਾ ਚਾਹੀਦਾ ਹੈ, ਦੂਰਦ੍ਰਿਸ਼ਟੀ ਹੋਣੀ ਚਾਹੀਦੀ ਹੈ, ਸਕਸੈਸਫੁਲ ਤੁਹਾਡੀ ਜਿਹੜੀ ਹੈਗੀ ਹੈ ਕੋਈ ਇਸ ਤਰ੍ਹਾਂ ਦਾ ਹੋਵੇ ਪਲਾਨ ਕਿ ਤੁਹਾਡਾ ਉਹਦੇ ਲਈ ਕੰਪੀਟੀਸ਼ਨ ਵੀ ਐਗਜ਼ਿਸਟ ਕਰਦਾ ਹੋਵੇ, ਪ੍ਰੋਡਕਟਸ ਦੇ ਲਈ, ਸਰਵਿਸਿਜ਼ ਦੇ ਲਈ, ਮਾਰਕੀਟਿੰਗ ਦਾ ਵੀ ਉਹਦੇ ਵਿੱਚ ਸਕੋਪ ਹੋਵੇ। ਸਟਾਰਟਅਪ ਕੀ ਹੈ? ਤੁਹਾਡੇ ਕੋਲ ਕੋਈ ਇਨੋਵੇਟਿਵ ਆਈਡੀਆ ਹੋਣਾ ਚਾਹੀਦਾ ਹੈ, ਉਹਨੂੰ ਸਕਸੈਸਫੁਲ ਕਰਨ ਦੇ ਲਈ ਤੁਹਾਡੇ ਕੋਲ ਵਿਜ਼ਨ ਹੋਣਾ ਚਾਹੀਦਾ ਹੈ, ਸਕਸੈਸ ਦੇ ਲਈ ਜਿਹੜੀ ਤੁਹਾਡੇ ਕੋਲ ਪਲਾਨ ਹੋਣੀ ਚਾਹੀਦੀ ਹੈ, ਕੰਪੀਟ ਕਰਨ ਦੇ ਲਈ ਯੋਗਤਾ ਹੋਣੀ ਚਾਹੀਦੀ ਹੈ, ਔਰ ਮਾਰਕੀਟਿੰਗ ਦੀ ਤੁਹਾਡੀ ਉਹਦੇ ਵਿੱਚ ਸਟ੍ਰੈਟਜੀ, ਪਾਲਿਸੀ, ਚਾਂਸ ਹੋਣਾ ਚਾਹੀਦਾ ਹੈ। ਕੁਝ ਵੈਲ ਨੋਨ ਇੰਡੀਅਨ ਸਟਾਰਟਅਪਸ ਹਨ ਜਿਨ੍ਹਾਂ ਦੇ ਵਿੱਚ ਜ਼ੋਮੈਟੋ, ਫਲਿੱਪਕਾਰਟ, ਪੇਟੀਐਮ, ਓਯੋ ਅਤੇ ਓਲਾ ਦੇ ਨਾਮ ਅੱਜ ਘਰ ਘਰ ਪਹੁੰਚ ਚੁੱਕੇ ਹਨ, ਔਰ ਤੁਸੀਂ ਸਾਰਿਆਂ ਨੇ ਇਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਦੇ ਨਾਲ ਤੁਹਾਡਾ ਰਾਬਤਾ ਵੀ ਹੋਇਆ ਹੋਏਗਾ। ਜ਼ੋਮੈਟੋ, ਫਲਿੱਪਕਾਰਟ, ਪੇਟੀਐਮ, ਓਯੋ ਔਰ ਓਲਾ ਅੱਜ ਕੱਲ੍ਹ ਜਿਹੜਾ ਹੈ ਬਹੁਤ ਹੀ ਪਾਪੂਲਰ ਔਰ ਹਰ ਘਰ ਦੇ ਵਿੱਚ ਤਕਰੀਬਨ ਇਹ ਆਪਣੀ ਪਹੁੰਚ ਬਣਾ ਚੁੱਕੇ ਹਨ। ਜ਼ੋਮੈਟੋ ਨੂੰ ਦੀਪਇੰਦਰ ਗੋਇਲ ਨੇ ਸ਼ੁਰੂ ਕੀਤਾ ਸੀ, ਜਿਹੜਾ ਕਿ ਮੈਥੇਮੈਟਿਕਸ ਐਂਡ ਕੰਪਿਊਟਿੰਗ ਦੇ ਵਿੱਚ ਇਸਨੇ IIT ਦਿੱਲੀ ਤੋਂ 2005 ਦੇ ਵਿੱਚ ਗ੍ਰੈਜੂਏਸ਼ਨ ਕੀਤੀ, ਔਰ ਇਹਦੀ ਟੈਗ ਲਾਈਨ ਹੈ ਜ਼ੋਮੈਟੋ ਦੀ, ਜਬ ਦਿਲ ਕਰੇ, ਜਬ ਦਿਲ ਕਰੇ, ਜ਼ੋਮੈਟੋ ਦੀ ਟੈਗ ਲਾਈਨ। ਇਹ 2010 ਦੇ ਵਿੱਚ ਫੂਡ ਡਾਇਰੈਕਟਰੀ ਵੈਬਸਾਈਟ ਜਿਹੜੀ ਸੀ ਉਹਨੂੰ ਰੀਬ੍ਰੈਂਡ ਕਰਕੇ ਬਣਾਈ ਗਈ ਅਤੇ 24 ਕੰਟਰੀਜ਼ ਦੇ ਵਿੱਚ ਇਹ ਐਕਸਪੈਂਡ ਹੋ ਗਈ। 10,000 ਪਲੱਸ ਸਿਟੀਜ਼ ਦੇ ਵਿੱਚ ਗਲੋਬਲੀ ਇਹਦੀ ਪਹੁੰਚ ਹੈ। ਪ੍ਰੈਜ਼ੈਂਟਲੀ ਮੌਜੂਦਾ ਸਮੇਂ 556 ਇੰਡੀਅਨ ਸਿਟੀਜ਼ ਐਂਡ ਟਾਊਨਸ ਦੇ ਵਿੱਚ ਇਹ ਪਹੁੰਚ ਚੁੱਕੀ ਹੈ ਜ਼ੋਮੈਟੋ। ਜ਼ੋਮੈਟੋ ਦਾ ਸਟਾਰਟਅਪਸ ਦਾ ਓਰੀਜਨ ਕਿਵੇਂ ਹੋਇਆ, ਇਹਦੀ ਕੀ ਸਟੋਰੀ ਹੈ? ਗੋਇਲ ਅਤੇ ਚੱਡਾ ਦੋਨੋਂ ਬੇਨ ਐਂਡ ਕੰਪਨੀ ਦਿੱਲੀ ਦੇ ਦਫ਼ਤਰ ਵਿੱਚ ਕੰਮ ਕਰਦੇ ਸੀ। ਉਹਨਾਂ ਦੇਖਿਆ ਕਿ ਜਦੋਂ ਵੀ ਕੰਪਨੀ ਦੇ ਕੈਫੇਟੇਰੀਆ ਵਿੱਚ ਉਹ ਜਾਂਦੇ ਸੀ ਅਤੇ ਉਹਨਾਂ ਨੇ ਫੂਡ ਖਾਣ ਪੀਣ ਲਈ ਬ੍ਰੇਕ ਦੇ ਦੌਰਾਨ, ਜਦੋਂ ਕੰਮ ਦੇ ਦੌਰਾਨ ਥੋੜ੍ਹਾ ਉਹਨਾਂ ਨੂੰ ਸਮਾਂ ਮਿਲਦਾ ਸੀ ਤਾਂ ਉਹਨਾਂ ਨੂੰ ਔਡਰ ਕਰਨ ਦੇ ਲਈ, ਚੀਜ਼ ਖਾਣ ਪੀਣ ਦੇ ਲਈ ਕਾਫੀ ਲੰਮਾ ਸਮਾਂ ਵੇਟ ਕਰਨੀ ਪੈਂਦੀ ਸੀ, ਮੈਨਿਊ ਕਾਰਡ ਦੇਖਣਾ ਪੈਂਦਾ ਸੀ। ਗੋਇਲ ਨੂੰ ਯਾਦ ਹੈ ਕਿ ਸੋ ਵੀ ਜਸਟ ਸੋਲਵਡ ਏ ਵੈਰੀ ਸਿੰਪਲ ਪ੍ਰੋਬਲਮ ਆਫ ਪੀਪਲ ਔਡਰਿੰਗ ਫੂਡ। ਉਹਨਾਂ ਨੇ ਜਿਹੜੇ ਲੋਕ ਖਾਣੇ ਦੀ ਔਡਰ ਦਿੰਦੇ ਸੀ ਉਹਨਾਂ ਦੀ ਇੱਕ ਜਿਹੜੀ ਸਮੱਸਿਆ ਸੀ ਉਹਨੂੰ ਸੋਲਵ ਕਰਨ ਦਾ ਯਤਨ ਕੀਤਾ। ਉਹਨਾਂ ਨੇ ਮੈਨੂ ਕਾਰਡ ਨੂੰ ਸਕੈਨ ਕੀਤਾ ਅਤੇ ਬੇਨ ਇੰਟਰਨੈਟ ਪੋਰਟਲ 'ਤੇ ਪਾ ਦਿੱਤਾ। ਜਿਹੜੀ ਕੰਪਨੀ ਦੇ ਅੰਦਰ ਆਪਣਾ ਕੰਪਿਊਟਰ ਸਿਸਟਮ ਬਣਿਆ ਹੁੰਦਾ ਹੈ, ਉਹਨੂੰ ਆਪਾਂ ਇੰਟਰਨੈਟ ਕਹਿੰਦੇ ਹਾਂ, ਉਹਦੇ 'ਤੇ ਉਹਨਾਂ ਨੇ ਪਾ ਦਿੱਤਾ ਤਾਂ ਕਿ ਜਿਹੜੇ ਉੱਥੇ ਲਿਮਟਡ ਮੈਨਿਊ ਕਾਰਡਸ ਹੁੰਦੇ ਸੀ ਉਹਨਾਂ ਨੂੰ ਤੁਸੀਂ ਘਰ ਨਹੀਂ ਸੀ ਲੈ ਕੇ ਜਾ ਸਕਦੇ ਔਰ ਤੁਹਾਨੂੰ ਵੇਟ ਕਰਨੀ ਪੈਂਦੀ ਸੀ। ਥੋੜ੍ਹੇ ਹੀ ਮੈਨਿਊ ਕਾਰਡਸ ਹੁੰਦੇ ਸੀ ਅਤੇ ਉੱਥੇ ਸਮਾਂ ਕਾਫੀ ਲੱਗ ਜਾਂਦਾ ਸੀ, ਅਤੇ ਉਹਨਾਂ ਨੇ ਉਹਨੂੰ ਸਕੈਨ ਕਰਕੇ ਮੈਨਿਊ ਕਾਰਡਸ ਨੂੰ ਅਤੇ ਬੇਨ ਇੰਟਰਨੈਟ ਪੋਰਟਲ 'ਤੇ ਪਾ ਦਿੱਤਾ ਅਤੇ ਉਹਨਾਂ ਨੇ ਆਪਣੇ ਇੰਪਲਾਈਜ਼ ਦੀ ਅਤੇ ਲੋਕਾਂ ਦੀ ਜਿਹੜੀ ਸਮੱਸਿਆ ਉਹ ਹੱਲ ਕਰਨ ਦਾ ਯਤਨ ਕੀਤਾ। 2012 ਤੱਕ ਜ਼ੋਮੈਟੋ had come into its own as a restaurant discovery platform in India ਅਤੇ UAE ਦੇ ਵਿੱਚ ਜ਼ੋਮੈਟੋ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। UAE ਪਹਿਲਾ ਦੇਸ਼ ਸੀ ਇੰਡੀਆ ਤੋਂ ਬਾਹਰ ਜਿੱਥੇ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਜ਼ੋਮੈਟੋ ਦੇ ਬਿਜ਼ਨਸ ਮਾਡਲ ਦਾ ਜਿਹੜਾ ਬ੍ਰੇਕਅਪ ਹੈ ਉਹ ਹੈ ਰੈਸਟੋਰੈਂਟ ਦੀ ਲਿਸਟਿੰਗ ਅਤੇ ਉਹਨਾਂ ਦੀ ਐਡਵਰਟੀਜ਼ਮੈਂਟ, ਫੂਡ ਡਿਲੀਵਰੀ, ਸਬਸਕ੍ਰਿਪਸ਼ਨ ਪ੍ਰੋਗਰਾਮਸ, ਲਾਈਵ ਈਵੈਂਟਸ, ਵਾਈਟ ਲੇਬਲ ਅਸੈਸ, ਜ਼ੋਮੈਟੋ ਕਿਚਨਸ। ਇਸੇ ਤਰ੍ਹਾਂ ਹੀ ਸਵਿਗੀ ਜਿਹੜਾ ਹੈ ਇਹ ਵੀ ਸਟਾਰਟਅਪ ਬਹੁਤ ਫੇਮਸ ਹੋਇਆ।
फूड डिलीवरी ऐप है, स्विगी जी है फूड डिलीवरी ऐप है। नंदन रेड्डी, श्री हर्षा मेजेती ते राहुल जैमनी, इन्हों ने इनू शुरू किया। कंट्री की पहली ऑनलाइन फूड ऑर्डरिंग प्लेटफॉर्म है ये, 2014 के बनया। टैगलाइन है स्विगी करो फिर जो चाहे करो, स्विगी करो फिर जो चाहे करो, ये टैगलाइन है। 40,000 तो ज़्यादा रैसटोरेंट पार्टनर्स हैं स्विगी के पूरे इंडिया के विच। तो ਵੱਖ-ਵੱਖ ਜਿਹੜੇ शहर ने भारत के, उन्होंने गिनती 500 है जिथे स्विगी की प्रैजेंस है। इन्हां स्विगी नूं जदों 2019 ਦੇ ਵਿੱਚ ਇਹਨੇ स्विगी गो ਲਾਂਚ ਕੀਤੀ, नवीं ਜਿਹੜੀ एक सर्विस सी पिकअप एंड ड्रॉप सर्विस स्विगी गो ਦੇ नाम ਤੇ। क्योंकि फूड चेन तो बाहर इन्हां ने नाल पिक एंड ड्रॉप सर्विस भी शुरू की स्विगी गो 2019 ਦੇ ਵਿੱਚ। इस तरह ही फ्लिपकार्ट जिहड़ी कि 2007 ਦੇ ਵਿੱਚ शुरू की गई बिनी बांसल एंड सचिन बांसल वालों, जिसकी टैगलाइन है अब हर विश होगी पूरी, अब हर विश होगी पूरी। ये है फ्लिपकार्ट की टैगलाइन। तो बिजनेस टू कस्टमर या बिजनेस टू कंज्यूमर B2C बिजनेस मॉडल है इन्हां दा। स्टडी कंप्यूटर साइंस एट IIT दिल्ली, बिन्नी बांसल एंड सचिन बांसल ने IIT दिल्ली तो कंप्यूटर साइंस की पढ़ाई की सी। तो ये पहला एमेजोन दे विच भी इन्होंने कुछ समा काम किया। ਇਹਦੇ ਵਿੱਚ फ्लिपकार्ट ਦਾ ਜਿਹੜਾ ਹੈਗਾ ओरिजिन ਦੀ स्टोरी की है, बड़ी इंटरस्टिंग है। बिनी ਦੀ 2 ਵਾਰ इंटरव्यू हुई गूगल ਦੇ ਵਿੱਚ, परंतु ਉਹਦੀ सिलेक्शन नहीं हुई। फिर इन्हें 2007 ਦੇ ਵਿੱਚ एमेजन ज्वाइन कर लिया। सचिन पहला ही उत्थे तकरीबन 1 साल तो काम कर रहा सी। फॉर टू पीपल हू नो हाउ टू कोड, द ईजीएस्ट थिंग to do is write code to compare different websites that are selling stuff and send people to the lowest price। ये दोनों जाने बिन्नी एंड सचिन ने कोडिंग करना जानते सी ते इन्हां ने कंप्यूटर दे राही अपना कारोबार काफ़ी वधाया। They thought why not build a good e-commerce company that just takes care of customers and keep things simple। They started Flipkart with the savings of ₹7 to 8 lakh and worked out of an apartment। इन्हां ने अपने ही ਜਿਹੜੇ ਪੈਸੇ जेब खर्ची राही ਜਾਂ ਹੁਣ तक ਜਿਹੜੀ जॉब ਕੀਤੀ ਸੀ ਉੱਥੇ 7 ਤੋਂ 8 ਲੱਖ ਰੁਪਏ ਦੇ ਕਰੀਬ ਇਹਨਾਂ ਨੇ ਬਚਾਇਆ ਹੋਇਆ ਸੀ। ਉਹਦੇ ਨਾਲ ਇਹਨਾਂ ਨੇ ਕਿਸੇ ਕਿਰਾਏ ਦੇ ਮਕਾਨ ਦੇ ਵਿੱਚੋਂ ਆਪਣਾ ਕੰਮ ਜਿਹੜਾ ਕਾਰੋਬਾਰ ਸੀ ਉਹ ਸ਼ੁਰੂ ਕੀਤਾ। ਉਹਨਾਂ ਦਾ ਜਿਹੜਾ ਸਭ ਤੋਂ ਪਹਿਲਾ ਆਰਡਰ ਜਿਹੜਾ ਇਹਨਾਂ ਨੂੰ ਮਿਲਿਆ ਸੀ ਉਹ ਇੱਕ ਬੁੱਕ ਦੀ ਮਿਲਿਆ ਸੀ, ਜਿਹੜਾ ਬੁੱਕ ਦਾ ਟਾਈਟਲ ਸੀ ਲੀਵਿੰਗ ਮਾਈਕਰੋਸਾਫਟ ਟੂ ਚੇਂਜ ਦਾ ਵਰਲਡ, ਲੀਵਿੰਗ ਮਾਈਕਰੋਸਾਫਟ ਟੂ ਚੇਂਜ ਦਾ ਵਰਲਡ। ਉਹਨਾਂ ਨੇ ਬੁੱਕ ਲੱਭਦੇ ਰਹੇ ਲੇਕਿਨ ਉਹਨਾਂ ਨੂੰ ਕੋਈ ਮਿਲੀ ਨਹੀਂ। 3-4 ਦਿਨ ਲੱਗੇ ਰਹੇ ਕਿਉਂਕਿ ਪਹਿਲਾਂ ਹੀ ਉਹਨਾਂ ਦਾ ਆਰਡਰ ਸੀ। ਉਹਨਾਂ ਨੂੰ ਐਂ ਸੀ ਕਿ ਅਸੀਂ ਇਹ ਭੁਗਤਾਉਣਾ ਵੀ ਹੈ। ਫਿਰ ਉਹਨਾਂ ਨੇ ਕਸਟਮਰ ਨੂੰ ਪੁੱਛਿਆ ਕਿ ਸਾਨੂੰ ਇੱਕ ਪੁਰਾਣੀ ਬੁੱਕ ਦੀ ਕਾਪੀ ਮਿਲੀ ਹੈ, ਕੀ ਇਹ ਚੱਲੇਗੀ? ਅਤੇ ਕਸਟਮਰ ਨੇ ਕਿਹਾ ਹਾਂ ਮੈਂ 3-4 ਸਾਲ ਲੱਭਦਾ ਰਿਹਾ ਲੇਕਿਨ ਮੈਨੂੰ ਕੋਈ ਬੁੱਕ ਨਹੀਂ ਮਿਲੀ, ਮੈਂ ਇਹ ਪੜ੍ਹਨੀ ਚਾਹੁੰਦਾ ਤਾਂ ਮੈਨੂੰ ਤੁਸੀਂ ਭੇਜ ਦਿਓ। ਪੜ੍ਹਨਯੋਗ ਹੋਵੇ ਅਤੇ ਮੈਨੂੰ ਉਹਦੀ ਕੰਡੀਸ਼ਨ ਦੀ ਕੋਈ ਮਤਲਬ ਕਿ ਬਹੁਤੀ ਚਿੰਤਾ ਨਹੀਂ ਹੈ। ਇਸ ਤਰੀਕੇ ਦੇ ਨਾਲ ਜਿਹੜਾ ਫਲਿੱਪਕਾਰਟ ਸੀ ਉਹਨਾਂ ਨੇ ਆਪਣਾ ਪਹਿਲਾ ਆਰਡਰ ਪੂਰਾ ਕੀਤਾ। ਹੁਣ ਵਾਰੀ ਹੈ ਪੇਟੀਐਮ ਦੀ। ਡਿਸਕਸ ਕਰਦੇ ਹਾਂ ਕਿ ਪੇਟੀਐਮ ਜਿਹੜਾ ਹੈ ਇਹਦੀ ਸਕਸੈਸ ਸਟੋਰੀ ਕਿਵੇਂ ਸ਼ੁਰੂ ਹੋਈ। ਵਿਜੇ ਸ਼ੰਕਰ ਸ਼ਰਮਾ ਜੀ ਨੇ ਪੇਟੀਐਮ ਨੂੰ ਸ਼ੁਰੂ ਕੀਤਾ ਸੀ। ਇਹ ਬਹੁਤ ਹੀ ਇੱਕ ਛੋਟੇ ਜਿਹੇ ਪਿੰਡ ਅਲੀਗੜ੍ਹ ਨੂੰ ਬਿਲੋਂਗ ਕਰਦੇ ਸੀ। ਹੀ ਬਿਲੋਂਗਡ ਫਰੋਮ ਏ ਸਮਾਲ ਵਿਲੇਜ ਇਨ ਅਲੀਗੜ੍ਹ। ਅਲੀਗੜ੍ਹ ਦੇ ਏਰੀਏ 'ਚ ਇੱਕ ਛੋਟੇ ਜਿਹੇ ਟਾਊਨ ਵਿਲੇਜ ਤੋਂ ਇਹ ਆਉਂਦੇ ਆ। ਵਿਜੇ ਡਿਡ ਨਾਟ ਨੋ ਹਾਊ ਟੂ ਰੀਡ ਐਂਡ ਰਾਈਟ ਇੰਗਲਿਸ਼, ਮਤਲਬ ਕਿ ਇੰਗਲਿਸ਼ ਦੇ ਵਿੱਚ ਬਹੁਤ ਕਮਜ਼ੋਰ ਸੀ। ਇੰਗਲਿਸ਼ ਉਹਨੂੰ ਨਹੀਂ ਸੀ ਆਉਂਦੀ ਵਿਜੇ ਨੂੰ, ਵਿਜੇ ਸ਼ੇਖਰ ਸ਼ਰਮਾ ਜੀ ਨੂੰ। ਐਜ਼ ਹੀ ਹੈਡ ਕੰਪਲੀਟਡ ਹਿਸ ਸਕੂਲ ਐਜੂਕੇਸ਼ਨ ਇਨ ਹਿੰਦੀ, ਉਹਨੇ ਹਿੰਦੀ ਦੇ ਵਿੱਚ ਹੀ ਆਪਣੀ ਹੁਣ ਤੱਕ ਦੀ ਸਾਰੀ ਸਕੂਲ ਦੀ ਪੜ੍ਹਾਈ ਕੀਤੀ ਸੀ। 2000 ਸੰਨ ਦੇ ਵਿੱਚ ਉਹਨੇ ਕੰਪਨੀ ਸ਼ੁਰੂ ਕੀਤੀ ਜਿਹਦਾ ਨਾਮ ਸੀ 197। ਓਕੇ 197।
ये जी कंपनी का नाम तुहाडे सामने है 197। जिहड़ा पेटीएम का मोबाइल वालेट सी 2011 ਦੇ ਵਿੱਚ काफ़ी ये राइज कर रहा सी। टैगलाइन है इसकी पेटीएम करो, टैगलाइन है पेटीएम की पेटीएम करो। 2015 ਦੇ ਵਿੱਚ 197 received a license from RBI for starting one of India's payment banks। 2016 ਵਿੱਚ ਜਿਹੜੀ ਭਾਰਤ ਵਿੱਚ ਡੀਮੋਨੇਟਾਈਜੇਸ਼ਨ ਹੋਈ ਸੀ ਉਸ ਦਾ ਸਭ ਤੋਂ ਵੱਡਾ ਲਾਭਪਾਤਰੀ पेटीएम ਰਿਹਾ। ओयो रितेश अग्रवाल ने बनाया ओयो ऑन यूर ओन, इसकी एब्रीवेशन ओयो फुल फॉर्म ऑन यूर ओन। ये टैगलाइन जी ओयो की है वन फॉर एवरी वन, वन फॉर एवरी वन। ये 13 साल का सी जदों रितेश अग्रवाल ने फस्ट जिहड़ा हैगा अपना बिजनस जिहड़ा उन्हें शुरू किया सी। वो मोबाइल के सिम कार्ड वेचदा हुंदा सी। बड़ी छोटी जी गली सी उड़ीसा दे विच, तुसीं देखो कि उत्थों उठ के ये बंदा करोड़पति बनिया। इहदी स्टोरी की है कि अग्रवाल कदे भी किसी होटल दे विच नहीं सी ठहरिया, परंतु अपने स्कूल नूं किसी कंपीटीशन विच रिप्रजेंट करन दे लई उहनूं चुनिया गया जदों उहदी उम्र 12 साल सी। ते उहनूं आइडिया मिलिया कुछ सालां बाद कि ओयो शुरू करन दा। जदों वो ट्रैवल करदा सी और उन्हें देखिया कि बड़े माड़े जिहड़ी कंडीशन वाले जिहड़े गैसट हाउस सी उत्थे उहनूं रहना पिया। ते उन्हें उत्थों आइडिया लिया कि होटल चेन दे विच बिग पोटेंशियल है, बहुत स्कोप है होटल चेन नूं जिहड़ा हैगा इहदे विच उहनूं पोटेंशियल नज़र आया। अग्रवाल अपना बिजनेस शुरू करन तो पहला वक्-वक् समियां ते ट्रैवल करदियां होइयां स्टेड एट ओवर 100 बैड एंड ब्रेकफास्ट रूम्स। तकरीबन 100 तो ज़्यादा वारी उहनूं होटल्स दे विच स्टे करना पिया। तो फिर उन्हें एक प्रॉब्लम जिहड़ी हैगी आ देखी कि किसी कोल भी स्टैंडर्ड दा पोर्टल नहीं है जिहदे नाल कि किहड़ी जगह ते वधिया होटल है कोई उहदी जानकारी मिलती होवे। ओयो 2013 दे विच लांच की गई, मई 2013 दे विच, ते ये बिगेस्ट होटल प्लेटफार्म जिहड़ा हैगा बन के उभरिया। इहदी रिमार्केबल ग्रोथ हुई इंडिया दे विच 2016 तो 2019 दे विच 5855 होटल सीगे 2016 च 68,300 रूम्स जिहड़े कि 3 सालों के विच होटल की गिनती 5855 तो वध के 35,000 होटल के करीब पहुँच गई। तो जिहड़े कमरे सी 68,300 उहदी गिनती 1.2 मिलियन रूम्स दे विच पहुँच गई। ओला भी इसी तरह बहुत कामयाब है स्टार्टअप ओला। अंकित भट्टी, भविश अग्रवाल, अंकित भट्टी और भविश अग्रवाल ने ये शुरू किया। दोनों ही IIT दे BTech की हुई है इन्होंने। 2010 के विच ओला कैब्स इन्होंने लॉन्च की। टैगलाइन है चलो निकलो। टैगलाइन की है ओला दी, चलो निकलो। हुण ये तकरीबन 125 तो ज़्यादा सिटीज़ दे विच कैब्स, टू व्हीलर्स, आटो रिक्शाज़ नूं ऑपरेट कर रहे हैं। तकरीबन 125 सिटीज़ दे विच ये ऑफर कर रहे हैं कैब्स, टू व्हीलर्स ते आटो रिक्शाज़ ऑनलाइन प्लेटफार्म के थ्रू। 2018 दे विच ओला वेंट इंटरनेशनल एंड स्टार्टड ऑपरेशंस इन आस्ट्रेलिया, न्यूजीलैंड एंड UK। ओला वहीकल फॉर हायर तो इलावा फूड डिलीवरी का काम भी करती है। वहीकल्स किराए ते देण दे नाल नाल फूड डिलीवरी का काम भी करते हैं ओला। ओला का ओरिजिन होने की बैकग्राउंड, उसकी की स्टोरी है, की कहानी है शुरुआत की,
ਭਵੀਸ਼ ਅਗਰਵਾਲ ਨੂੰ ਉਹਦੇ ਜਿਹੜਾ ਕੈਬ ਡਰਾਈਵਰ ਸੀ, ਕਿਰਾਏ 'ਤੇ ਉਹਨੇ ਕਾਰ ਕੀਤੀ, ਕਿਤੇ ਉਹ ਜਾ ਰਿਹਾ ਸੀ ਅਤੇ ਜਿੰਨੇ ਦਾ ਉਹਦੇ ਨਾਲ ਰੇਟ ਫਿਕਸ ਹੋਇਆ ਸੀ, ਕਿਰਾਇਆ ਫਿਕਸ ਹੋਇਆ ਸੀ, ਅਤੇ ਜਿਹੜਾ ਡਰਾਈਵਰ ਸੀ ਉਹਦਾ ਰਸਤੇ ਵਿੱਚ ਜਾ ਕੇ ਮਨ ਬਦਲ ਗਿਆ ਅਤੇ ਉਹਨੇ ਕਿਹਾ ਕਿ ਦੁਬਾਰਾ ਇਹਦਾ ਕਿਰਾਇਆ ਰਿਵਾਈਜ਼ ਕਰਨ ਲਈ ਕਿਹਾ ਕਿ ਮੈਂ ਵਧਾਉਣਾ ਆ ਕਿਰਾਇਆ, ਕਿ ਮੈਂ ਤੇਰੇ ਨਾਲ ਘੱਟ ਰੇਟ ਫਿਕਸ ਕਰ ਲਿਆ। ਤਾਂ ਭਵੀਸ਼ ਅਗਰਵਾਲ ਨਹੀਂ ਮੰਨਿਆ। ਉਹਨੇ ਕਿਹਾ ਕਿ ਆਪਣੀ ਜਿਹੜੀ ਪਹਿਲਾਂ ਗੱਲ ਹੋਈ ਸੀ ਤੁਰਨ ਵੇਲੇ, ਮੈਂ ਉਨੀ ਪੇਮੈਂਟ ਹੀ ਕਰਨੀ ਆ। ਪਰ ਇਸੇ ਹੀ ਦੌਰਾਨ ਡਰਾਈਵਰ ਉਹਦੇ ਨਾਲ ਨਾਰਾਜ਼ ਹੋ ਕੇ ਉਹਨੂੰ ਉੱਥੇ ਹੀ ਸੜਕ 'ਤੇ ਹੀ ਛੱਡ ਕੇ ਚਲਾ ਗਿਆ, ਬਲਕਿ ਉਹਨੂੰ ਉਹਦੀ ਮੰਜ਼ਿਲ ਦੇ ਵਿਚਾਲੇ ਹੀ ਛੱਡਤਾ, ਅਧਵੱਟੇ ਹੀ। ਅਤੇ ਉਹਨੇ ਭਵੀਸ਼ ਅਗਰਵਾਲ ਨੇ ਇੱਥੋਂ ਹੀ ਦੇਖਿਆ ਕਿ ਇਹ ਹਜ਼ਾਰਾਂ ਪੈਸੰਜਰ ਜਾਂਦੇ ਆ ਅਤੇ ਮੇਰੇ ਵਾਂਗ ਹੋਰਾਂ ਨੂੰ ਵੀ ਇਸੇ ਤਰ੍ਹਾਂ ਹੀ ਸਮੱਸਿਆਵਾਂ ਆਉਂਦੀਆਂ ਹੋਣਗੀਆਂ। ਤਾਂ ਉਹਨੇ ਪੋਟੈਂਸ਼ੀਅਲ ਦੇਖਿਆ ਐਕਸਟਰਾਆਰਡਨਰੀ ਕੈਬ ਬੁਕਿੰਗ ਸਰਵਿਸ ਕੁਡ ਹੈਵ ਇਨ ਦਿਸ ਕੰਟਰੀ, ਕਿ ਇਸ ਦੇਸ਼ ਦੇ ਵਿੱਚ ਕੈਬ ਬੁਕਿੰਗ ਸਰਵਿਸ ਜਿਹੜੀ ਉਹ ਚਲਾਈ ਜਾ ਸਕਦੀ ਹੈ। ਬਸ ਤੁਸੀਂ ਦੇਖੋ ਕਿ ਕਈ ਵਾਰ ਆਪਾਂ ਘਬਰਾ ਜਾਂਦੇ ਹਾਂ ਜਦੋਂ ਸਾਡੇ ਨਾਲ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਆ, ਪਰ ਉਹਨੂੰ ਡਰਾਈਵਰ ਨੇ ਰਸਤੇ 'ਚ ਛੱਡਿਆ ਤਾਂ ਉਹਨੇ ਕਿੰਨੀ ਵੱਡੀ ਓਲਾ ਕੰਪਨੀ ਜਿਹੜੀ ਆ, ਓਲਾ ਦਾ ਐਮਪਾਇਰ ਜਿਹੜਾ ਹੈਗਾ, ਉਹਨੇ ਦੇਖੋ ਕਿੰਨੀ ਵੱਡੀ ਓਲਾ ਸਰਵਿਸ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕਰ ਦਿੱਤੀ। ਇਹਦਾ ਓਲਾ ਦਾ ਬਿਜ਼ਨਸ ਮਾਡਲ ਹੈ ਕਿ ਤੁਹਾਡਾ ਜਿਹੜਾ ਟੂਰ ਤੁਹਾਨੂੰ ਜਿਹੜਾ ਉਹ ਪਲਾਨ ਕਰਕੇ ਦਿੰਦੇ ਆ, ਅਰੇਂਜ ਕਰਕੇ ਦਿੰਦੇ ਆ ਗੱਡੀ, ਤਾਂ ਉਹਦਾ ਉਹ ਕਮਿਸ਼ਨ ਲੈਣਾ, ਟ੍ਰਿਪ ਕਮਿਸ਼ਨ। ਇਨ ਕੈਬ ਐਡਵਰਟੀਜ਼ਮੈਂਟਸ, ਕੈਬ ਦੇ ਬਾਹਰ ਤੁਸੀਂ ਦੇਖਿਆ ਹੋਣਾ ਕਿ ਇਸ਼ਤਿਹਾਰ ਦੇ ਲਈ ਵੀ ਬਾਹਰ ਬੈਨਰ ਲੱਗੇ ਹੁੰਦੇ ਆ ਗੱਡੀਆਂ ਦੇ, ਉਹਦੇ ਰਾਹੀਂ ਵੀ ਇਨਕਮ ਇਹ ਜਨਰੇਟ ਕਰਦੇ ਆ। ਕ੍ਰੈਡਿਟ ਕਾਰਡ ਦੇ ਰਾਹੀਂ, ਓਲਾ ਮਨੀ ਦੇ ਰਾਹੀਂ, ਕੈਬ ਲੀਜ਼ ਕਰਕੇ, ਕਿਰਾਏ 'ਤੇ ਦੇ ਕੇ ਕੈਬ ਅਤੇ ਲੀਜ਼ 'ਤੇ ਦੇ ਕੇ, ਕਾਰਪੋਰੇਟ ਟਾਈ ਅਪਸ, ਹੋਰ ਜਿਹੜੀਆਂ ਕੰਪਨੀਆਂ ਨੇ, ਬਿਗ ਕਾਰਪੋਰੇਟ ਹਾਊਸਿਸ ਨੇ, ਉਹਨਾਂ ਨਾਲ ਟਾਈ ਅਪ ਕਰਕੇ, ਅਤੇ ਓਲਾ ਪ੍ਰਾਈਮ ਪਲੇ, ਜਦੋਂ ਆਪਾਂ ਵਿਹਲੇ ਹਾਂ ਕਿਤੇ ਰਸਤੇ ਵਿੱਚ ਜਾਂ ਕਿਤੇ ਜਾਣਾ ਆ ਤਾਂ ਤੁਹਾਡਾ ਟਾਈਮ ਨਹੀਂ ਪਾਸ ਹੋ ਰਿਹਾ, ਤਾਂ ਉਹਦੇ ਵਿੱਚ ਉਹਨੇ ਗੇਮਸ ਵੀ ਕਈ ਜਿਹੜੀਆਂ ਨੇ ਉਹਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਤਾਂ ਕਿ ਤੁਹਾਡਾ ਟਾਈਮ ਵੀ ਐਂਟਰਟੇਨਮੈਂਟ ਦੇ ਨਾਲ ਪਾਸ ਹੋ ਜਾਏ। ਓਲਾ ਪ੍ਰਾਈਮ ਪਲੇ ਵੀ ਉਹਨਾਂ ਦੇ ਬਿਜ਼ਨਸ ਮਾਡਲ ਦੇ ਵਿੱਚ ਹੀ ਸ਼ਾਮਲ ਹੈ। ਵਾਂਟ ਟੂ ਗੈਟ ਟੈਕਸ ਬੈਨੀਫਿਟਸ, ਜੇ ਤੁਹਾਨੂੰ ਟੈਕਸ ਬੈਨੀਫਿਟਸ ਚਾਹੀਦੇ ਆ, ਗੈਟ ਰਿਕਗਨਾਈਜ਼ਡ ਵਿਦ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ, ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ, ਗੌਰਮੈਂਟ ਆਫ ਇੰਡੀਆ। ਗੌਰਮੈਂਟ ਆਫ ਇੰਡੀਆ ਦੀ ਜਿਹੜੀ ਸਾਡਾ ਡਿਪਾਰਟਮੈਂਟ ਹੈ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ, ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ, ਉਹਦੇ ਨਾਲ ਐਫੀਲੀਏਟ ਹੋਵੋ ਅਤੇ ਜਿਹੜੇ ਇਸ ਸਕੀਮ ਦੇ ਅਧੀਨ ਟੈਕਸ ਬੈਨੀਫਿਟਸ ਹਨ ਉਹਨਾਂ ਨੂੰ ਅਵੇਲ ਕਰਕੇ ਆਪਣਾ ਬਿਜ਼ਨਸ ਤੁਸੀਂ ਅੱਗੇ ਵਧਾ ਸਕਦੇ ਹੋ। ਇਹਨੂੰ ਰਿਕਗਨੀਸ਼ਨ ਦੇ ਲਈ ਕੀ ਪ੍ਰੋਸੈਸ ਹੈ? ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਨੇ ਵੈਬਸਾਈਟ ਇਹਦੀ ਡਿਸਕਸ ਕਰ ਚੁੱਕੇ ਸੀ ਪਹਿਲੀ ਹੀ ਸਲਾਈਡ ਦੇ ਵਿੱਚ। ਔਨਲਾਈਨ ਐਪਲੀਕੇਸ਼ਨ ਜਿਹੜੀ ਹੈ ਤੁਸੀਂ ਉਹ ਭਰਨੀ ਹੈ, ਅਪਲਾਈ ਕਰਨਾ ਹੈ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਦੀ ਵੈਬਸਾਈਟ 'ਤੇ ਜਾ ਕੇ। ਐਪਲੀਕੇਸ਼ਨ ਦੇ ਵਿੱਚ ਸਰਟੀਫਿਕੇਟ ਤੁਹਾਡਾ ਇਨਕਾਰਪੋਰੇਸ਼ਨ ਦਾ ਜਾਂ ਰਜਿਸਟ੍ਰੇਸ਼ਨ ਦਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਰਾਈਟ ਅਪ ਲਿਖ ਕੇ ਭੇਜਣਾ ਨਾਲ ਕਿ ਤੁਹਾਡਾ ਬਿਜ਼ਨਸ ਦੀ ਕਿਸਮ ਕਿੱਦਾਂ ਦੀ ਹੈ, ਨੇਚਰ ਆਫ ਬਿਜ਼ਨਸ ਕੀ ਹੈ, ਹਾਈਲਾਈਟਿੰਗ ਹਾਊ ਇਟ ਇਜ਼ ਵਰਕਿੰਗ ਟੂਵਰਡਸ ਇਨੋਵੇਸ਼ਨ, ਡਿਵੈਲਪਮੈਂਟ ਔਰ improvement of products or processes or services or its scalability in terms of employment generation or wealth creation। ਤੁਸੀਂ ਉਹਦੇ ਜਿਹੜਾ ਰਾਈਟ ਅਪ ਦੇਣਾ ਹੈ ਉਹਦੇ ਵਿੱਚ ਤੁਸੀਂ ਇਹ ਲਿਖਣਾ ਹੈ ਕਿ ਇਹਦੇ ਵਿੱਚ ਵਿਲੱਖਣ ਆਈਡੀਆ ਕਿਹੜਾ ਹੈ, ਇਨੋਵੇਸ਼ਨ, ਫਿਰ ਡਿਵੈਲਪਮੈਂਟ ਦੇ ਲਈ ਕੀ ਹੈ ਉਹਦੇ ਵਿੱਚ, ਜਾਂ ਜੇ ਪ੍ਰੋਡਕਟ ਕੋਈ ਆਲਰੇਡੀ ਐਗਜ਼ਿਸਟਿੰਗ ਆ ਉਹਦੇ ਵਿੱਚ ਕੋਈ ਇੰਪਰੂਵਮੈਂਟ ਲਿਆਉਣੀ ਆ ਤੁਸੀਂ, ਜਾਂ ਪ੍ਰੋਸੈਸ ਆਲਰੇਡੀ ਜਿਹਦੇ ਨਾਲ ਬਣਦੀ ਹੈ ਪ੍ਰੋਡਕਟ ਉਹਦੇ ਵਿੱਚ ਕੋਈ ਇੰਪਰੂਵਮੈਂਟ ਲਿਆਉਣੀ ਹੈ ਜਿਹੜੀ, ਜਾਂ ਜਿਹੜੀ ਆਲਰੇਡੀ ਸਰਵਿਸ ਚੱਲ ਰਹੀ ਉਹਦੇ ਵਿੱਚ ਕੋਈ ਇੰਪਰੂਵਮੈਂਟ ਲਿਆਉਣੀ ਆ, ਤਾਂ ਉਹਦੇ ਨਾਲ ਸੰਬੰਧਿਤ ਤੁਸੀਂ ਰਾਈਟ ਅਪ ਲਿਖ ਕੇ ਭੇਜਣਾ। ਔਰ ਇਟਸ ਸਕੇਲੇਬਿਲਿਟੀ ਇਨ ਟਰਮਸ ਆਫ ਇੰਪਲਾਇਮੈਂਟ ਜਨਰੇਸ਼ਨ ਔਰ ਵੈਲਥ ਕ੍ਰੀਏਸ਼ਨ, ਜਾਂ ਉਹ ਤੁਹਾਡਾ ਬਿਜ਼ਨਸ ਜਿਹੜਾ ਤੁਹਾਡਾ ਆਈਡੀਆ ਹੈ ਜਿਹਦੇ ਨਾਲ ਰੁਜ਼ਗਾਰ ਦੇ ਵਿੱਚ ਵਾਧਾ ਹੁੰਦਾ ਹੋਵੇ ਜਾਂ ਦੌਲਤ ਦੇ ਭੰਡਾਰ ਦੇ ਵਿੱਚ ਕੋਈ ਵਾਧਾ ਹੁੰਦਾ ਹੋਵੇ, ਉਹਦੇ ਨਾਲ ਸੰਬੰਧਿਤ ਤੁਸੀਂ ਜਿਹੜਾ ਹੈਗਾ ਰਾਈਟ ਅਪ ਦੇਣਾ ਹੈ। ਪਹਿਲਾ ਔਨਲਾਈਨ ਐਪਲੀਕੇਸ਼ਨ ਦੇਣੀ ਆ DPIIT 'ਤੇ। ਐਪਲੀਕੇਸ਼ਨ 'ਚ ਕਿਹੜੀ ਚੀਜ਼ ਹੋਣੀ ਚਾਹੀਦੀ ਹੈ? ਇਨਕਾਰਪੋਰੇਸ਼ਨ ਜਾਂ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ। ਉਸ ਤੋਂ ਬਾਅਦ ਅਗਲਾ ਕੀ ਹੈ ਇਹਦੇ ਵਿੱਚ ਕਿ ਤੁਹਾਡਾ ਜਿਹੜਾ ਇਨੋਵੇਟਿਵ ਆਈਡੀਆ ਹੈ ਉਹਦੇ ਨਾਲ ਸੰਬੰਧਿਤ ਤੁਸੀਂ ਆਪਣਾ ਬਿਊਰਾ ਲਿਖ ਕੇ ਭੇਜਣਾ ਸ਼ਾਰਟ ਦੇ ਵਿੱਚ। ਤੀਸਰਾ ਇਹਦੇ ਵਿੱਚ ਪੁਆਇੰਟ ਹੈ ਕਿ DPIIT ਜਿਹੜਾ ਹੈਗਾ ਉਹ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਉਹ ਦੇਖ ਕੇ ਤੁਹਾਨੂੰ ਉਹ ਦੱਸੇਗਾ ਕਿ ਨੰਬਰ 1
ਉਹਨੂੰ ਰਿਕੋਗਨਾਈਜ਼ ਕਰੇਗੀ। ਐਲੀਜੀਬਿਲਟੀ ਹੈਗੀ ਤੁਹਾਡੀ ਐਂਟੀਟੀ ਸਟਾਰਟਅਪ ਦੇ ਲਈ ਕਿ ਨਹੀਂ, ਉਹਨੂੰ ਜੇ ਐਲੀਜੀਬਲ ਆ ਤਾਂ ਉਹ ਰਿਕੋਗਨਾਈਜ਼ ਕਰ ਦੇਣਗੇ, ਜਾਂ ਤੁਹਾਡੀ ਐਪਲੀਕੇਸ਼ਨ ਹੈ ਉਹ ਦੱਸਣਗੇ ਵੀ ਕਿੰਨਾ ਕਾਰਨਾਂ ਕਰਕੇ ਅਸੀਂ ਤੁਹਾਨੂੰ ਰਿਕੋਗਨੀਸ਼ਨ ਨਹੀਂ ਦੇਣੀ, ਅਤੇ ਉਹ ਰਿਜੈਕਟ ਕਰਨਗੇ ਅਤੇ ਰਿਜੈਕਟ ਕਰਨ ਦਾ ਕਾਰਨ ਵੀ ਦੱਸਣਗੇ। ਜਦੋਂ ਤੁਹਾਡੇ ਕੋਲ ਐਪਲੀਕੇਸ਼ਨ ਤੀਸਰੇ ਪੜਾਅ 'ਤੇ ਪਹੁੰਚੀ ਤਾਂ DPIIT ਜਾਂ ਰਿਕੋਗਨਾਈਜ਼ ਕਰੇਗਾ ਤੁਹਾਡੀ ਐਂਟੀਟੀ ਨੂੰ ਐਜ਼ ਏ ਸਟਾਰਟਅਪ, ਅਤੇ ਜਾਂ ਰਿਜੈਕਟ ਕਰੇਗਾ। ਜੇ ਰਿਜੈਕਟ ਕਰੇਗਾ ਤਾਂ ਉਹ ਕਾਰਨ ਦੱਸੇਗਾ ਵੀ ਰਿਜੈਕਟ ਕਿਉਂ ਕਰ ਰਿਹਾ ਹੈ। ਬਹੁਤ ਸਾਰੀਆਂ ਟੈਕਸ ਐਗਜ਼ੰਪਸ਼ਨਸ ਮਿਲਦੀਆਂ ਨੇ, ਅਤੇ ਉਹਦੇ ਲਈ ਵੀ ਵਨ ਮਸਟ ਗੈਟ ਸਰਟੀਫਿਕੇਟ ਆਫ ਐਲੀਜੀਬਿਲਟੀ ਫਰੋਮ ਦਾ ਇੰਟਰ ਮਿਨਿਸਟਰੀਅਲ ਬੋਰਡ ਆਫ DPIIT, ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਤੋਂ ਟੈਕਸ ਬੈਨੀਫਿਟਸ ਦੇ ਲਈ ਸਾਨੂੰ ਐਲੀਜੀਬਿਲਟੀ ਸਰਟੀਫਿਕੇਟ ਲੈਣਾ ਪੈਂਦਾ ਹੈ, ਅਤੇ ਫਿਰ ਜਿਹੜਾ ਹੈਗਾ ਆਪਾਂ ਨੂੰ ਟੈਕਸ ਵਿੱਚ ਛੋਟ ਮਿਲਦੀ ਹੈ। ਉਮੀਦ ਹੈ ਕਿ ਤੁਸੀਂ ਵੀ ਜਿਹੜੇ ਇਸ ਵੇਲੇ ਸਟਾਰਟਅਪਸ ਚੱਲ ਰਹੇ ਨੇ, ਜਿਨ੍ਹਾਂ ਦੇ ਨਾਮ ਤੁਸੀਂ ਸੁਣੇ ਹੋਏ ਨੇ, ਕਰੋੜਾਂਪਤੀ ਉਹ ਮਾਲਕ ਬਣ ਚੁੱਕੇ ਨੇ, ਤੁਹਾਨੂੰ ਕੁਝ ਮੋਟੀਵੇਸ਼ਨ ਮਿਲੀ ਹੋਏਗੀ, ਇੰਸਪਾਇਰ ਹੋਏ ਹੋਵੋਗੇ। ਅਤੇ ਜੇ ਤੁਸੀਂ ਵੀ ਕੋਈ ਆਈਡੀਆ ਸੋਚਿਆ ਹੈ ਕਿ ਮੈਂ ਕਿਹਦੇ ਉੱਪਰ ਸਟਾਰਟਅਪ ਸ਼ੁਰੂ ਕਰਨਾ ਹੈ, ਤਾਂ ਰਾਈਟ ਟਾਈਮ ਹੈ। ਲੈਟਸ ਮੂਵ ਟੂ ਸਟਾਰਟ ਯੂਅਰ ਓਨ ਵੈਂਚਰ। ਆਈ ਵਿਸ਼ ਯੂ ਆਲ ਦਾ ਬੈਸਟ। ਥੈਂਕਸ। ਡਾਕਟਰ ਬਿਕਰਮਜੀਤ ਸਿੰਘ ਦੁਬਾਰਾ ਫਿਰ ਹਾਜ਼ਰ ਹੋਏਗਾ ਜਲਦੀ ਹੀ ਇੱਕ ਨਵੀਂ ਪ੍ਰੈਜੈਂਟੇਸ਼ਨ ਲੈ ਕੇ। ਥੈਂਕ ਯੂ।